ਤੁਸੀਂ ਵੇਖ ਰਹੇ ਹੋ ABP ਸਾਂਝਾ ਜੋਸ਼ ਜਜ਼ਬਾ ਜਨੂਨ। ਭਾਜਪਾ ਦੇ ਗੁਰਦਾਸਪੁਰ ਤੋਂ ਸਾਂਸਦ ਸਨੀ ਦਿਓਲ ਹਰ ਦਿਨ ਇੱਕ ਨਵੀਂ ਕੰਟਰੋਵਰਸੀ ਨੂੰ ਫੇਸ ਕਰ ਰਹੇ ਹੈ ਕਿਉਂਕਿ ਜਿਸ ਦਿਨ ਤੋਂ ਗੁਰਦਾਸਪੁਰ ਦੀ ਸੀਟ ਤੋਂ ਸਨੀ ਦਿਓਲ ਨੂੰ ਉਤਾਰਿਆ ਗਿਆ ਉਸੇ ਦਿਨ ਤੋਂ ਗੁਰਦਾਸਪੁਰ ਦੀ ਸੀਟ ਕੰਟਰੋਵਰਸੀਆਂ ਦਾ ਗੜ ਬਣ ਗਈ। ਰੀਸੈਂਟਲੀ ਸਨੀ ਦਿਓਲ ਨੇ ਇੱਕ ਲੈਟਰ ਇਸ਼ੂ ਕੀਤੀ ਆਪਣੇ ਪੀਏ ਲਈ। ਉਸ ਕੰਟਰੋਵਰਸੀ ਤੋਂ ਬਾਅਦ ਹੁਣ ਇੱਕ ਇਲੈਕਸ਼ਨ ਕਮਿਸ਼ਨ ਦੀ ਨਵੀਂ ਕੰਟਰੋਵਰਸੀ ਸਨੀ ਦਿਓਲ ਲਈ ਖੜੀ ਹੋ ਚੁੱਕੀ ਹੈ ਕਿਉਂਕਿ ਸਨੀ ਦਿਓਲ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਐਕਸਪੈਂਡੀਚਰ ਤੋਂ ਵੱਧ ਲਿਮਿਟ ਹੈ ਜਿਹੜੀ ਉਸ ਤੇ ਖਰਚਾ ਕਰ ਦਿੱਤਾ ਹੈ। ਰਿਪੋਰਟ ਗੁਰਦਾਸਪੁਰ ਤੋਂ ਬਣ ਕੇ ਆ ਚੁੱਕੀ ਹੈ ਪੰਜਾਬ ਦੇ ਚੀਫ ਇਲੈਕਟੋਰਲ ਆਫੀਸਰ ਕੋਲੇ। ਸਾਡੇ ਨਾਲ ਮੌਜੂਦ ਨੇ ਚੀਫ ਇਲੈਕਟੋਰਲ ਆਫੀਸਰ ਡਾਕਟਰ ਐਸ ਕਰਨਾ ਰਾਜੂ। ਇਹਨਾਂ ਨਾਲ ਗੱਲਬਾਤ ਕਰਾਂਗੇ। ਰਾਜੂ ਸਰ, ਕੀ ਰਿਪੋਰਟ ਆਈ ਹੈ? ਜਿਹੜਾ ਰੈਵਨਿਊ ਐਕਸਪੈਂਡੀਚਰ ਰਿਪੋਰਟ ਕੀ ਆਈ ਹੈ ਗੁਰਦਾਸਪੁਰ ਕੌਂਸਟੀਚੁਐਂਸੀ ਦੀ, ਜਿਸ ਦੇ ਵਿੱਚ ਸਨੀ ਦਿਓਲ ਨੇ ਆਪਣੀ ਲਿਮਿਟ ਤੋਂ ਐਕਸੀਡ ਕਰ ਦਿੱਤਾ? ਹੁਣ ਵੇਖੀਏ, ਇਲੈਕਸ਼ਨ ਦਾ ਰਿਜ਼ਲਟ ਡਿਕਲੇਅਰ ਹੋ ਚੁੱਕਾ ਹੈ ਔਰ ਜਿਹੜੇ ਜੇਤੂ ਕੈਂਡੀਡੇਟਸ ਪਾਰਲੀਮੈਂਟ ਪਹੁੰਚ ਗਿਆ। ਹੁਣ ਇਹ ਦੌਰ ਚੱਲ ਰਿਹਾ ਜਿਹੜੇ ਵੀ ਕੈਂਡੀਡੇਟ ਇਲੈਕਸ਼ਨ ਲੜਿਆ ਹੈ ਉਹਨਾਂ ਵੱਲੋਂ ਇਲੈਕਸ਼ਨ ਐਕਸਪੈਂਡੀਚਰ ਸਟੇਟਮੈਂਟ ਜ਼ਿਲ੍ਹਾ ਨਿਰਵਾਚਨ ਇਲੈਕਸ਼ਨ ਅਫਸਰ ਨੂੰ ਦੇਣਾ ਔਰ ਉਸ ਅਫਸਰ ਦੇ ਕਮੈਂਟਸ ਤੋਂ ਬਾਅਦ ਫਿਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜਣਾ। ਇਹ ਸਟੇਜ ਚੱਲ ਰਿਹਾ। ਇਹਦੇ ਵਿੱਚ ਇਹ ਪਤਾ ਚੱਲਾ ਹੈ ਜੋ ਗੁਰਦਾਸਪੁਰ ਕਨਸਟੀਟੈਂਸੀ ਦੇ ਵਿੱਚ ਜਿਹੜੇ ਵੀ ਜੇਤੂ ਕੈਂਡੀਡੇਟ ਹੈ ਸ਼੍ਰੀ ਸਨੀ ਦਿਓਲ, ਉਹਨਾਂ ਦਾ ਐਕਸਪੈਂਡੀਚਰ ਲਿਮਿਟ ਹੈ ਉਹ ਪਾਰ ਕਰ ਦਿੱਤਾ ਗਿਆ ਹੈ। ਮੇਰੇ ਕੋਲ ਰਿਕਾਰਡ ਵੀ ਆ ਚੁੱਕੇ ਨੇ ਕਿਉਂਕਿ ਉਹਦੇ ਵਿੱਚ ਦਰਸਾਇਆ ਗਿਆ ਹੈ ਉਹਨਾਂ ਵੱਲੋਂ 78,51,592 ਰੁਪਏ ਉਹਨਾਂ ਦਾ ਸਟੇਟਮੈਂਟ ਆ ਚੁੱਕੇ ਹੈ। ਕਿਉਂਕਿ ਕਾਨੂੰਨ ਦੇ ਮੁਤਾਬਿਕ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਸੈਕਸ਼ਨ 77 ਦੇ ਤਹਿਤ ਦੱਸਿਆ ਗਿਆ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜੇ ਵੀ ਇੱਕ ਲਿਮਿਟ ਤੈਅ ਕੀਤਾ ਗਿਆ ਹੈ ਉਸ ਨੂੰ ਸਟਿਕ-ਆਨ ਕਰਨਾ ਉਹਨਾਂ ਦਾ ਜ਼ਿੰਮੇਵਾਰੀ ਹੁੰਦਾ ਹੈ। ਜੋ ਸੈਕਸ਼ਨ 77(3) के अंदर है ये एक्सपेंडिचर लिमिट ਨੂੰ ਪਾਰ ਨਹੀਂ ਕਰਨਾ ਚਾਹੀਦਾ और सेक्शन 123 सब सेक्शन 6 के अंदर है अगर इस तरह का कोई चीज़ हुंदा है वो करप्ट प्रैक्टिस के तहत देखा जा सकता है। इस ये कानूनी एक दायरा है, इस दे मुताबिक फिर इसनों देखना बनता है लाजमी है। तो मतलब कि जो 8 ਲੱਖ 8.5 ਲੱਖ रुपया सनी दिओल ਵੱਲੋਂ ਖਰਚਾ ਕੀਤਾ ਗਿਆ 70 ਲੱਖ ਦੀ ਲਿਮਿਟ ਨੂੰ ਕ੍ਰਾਸ ਕੀਤਾ ਗਿਆ ਉਹਨੂੰ ਕਰਪਟ ਪ੍ਰੈਕਟਿਸਿਸ ਦੇ ਨਾਲ ਦੇਖਿਆ ਜਾ ਰਿਹਾ ਹੈ। क्योंकि देखो जेडे भी कानून के मुताबिक यही है सैक्शन 77 के अंदर है लिमिट ਉਹਦੇ ਵਿੱਚ ਦੱਸਿਆ ਗਿਆ ਹੈ 3 ਸੈਕਸ਼ਨ 77(3) ਇਹ ਲਿਮਿਟ ਪਾਰ ਨਹੀਂ ਕਰਨਾ और ਸੈਕਸ਼ਨ 123(6) के अंदर है इस ਇਹੋ ਜਿਹਾ ਕੋਈ ਮਸਲਾ ਹੁੰਦਾ ਹੈ ਉਹ ਵਿਸ਼ਾ ਫਾਲ ਇਨ ਕਰਦਾ ਹੈ ਕਰਪਟ ਪ੍ਰੈਕਟਿਸ ਦੇ ਤਹਿਤ। ਇਹਦੇ ਵਿੱਚ ਇਹ ਮੈਂ ਦੱਸਣਾ ਚਾਹੁੰਦਾ ਹਾਂ ਕਿਉਂਕਿ ਹੁਣ ਤੱਕ ਹਾਲੇ ਤੱਕ 2 ਸਟੇਜ ਦਾ ਕਾਰਵਾਈ ਹੋ ਚੁੱਕੇ ਹੈ। ਇੱਕ ਕੈਂਡੀਡੇਟ ਵੱਲੋਂ ਆਪਣਾ ਸਟੇਟਮੈਂਟ ਦੇ ਚੁੱਕੇ ਔਰ ਦੂਜਾ ਡਿਸਟ੍ਰਿਕਟ ਦੀ ਜਿਹੜੇ ਵੀ ਡਿਸਟ੍ਰਿਕਟ ਇਲੈਕਸ਼ਨ ਆਫਿਸਰ ਹੈ ਨਾਲ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ 2 ਇਲੈਕਸ਼ਨ ਐਕਸਪੈਂਡੀਚਰ ਅਬਜ਼ਰਵਰਸ ਨੂੰ ਤੈਨਾਤ ਕੀਤਾ, ਉਹਨਾਂ ਦਾ ਰਿਪੋਰਟ ਵੀ ਬਣ ਗਿਆ। ਕਿਉਂਕਿ ਇਹ ਮੈਨੇ ਪਹਿਲੇ ਹੀ ਤੁਹਾਨੂੰ ਦੱਸਿਆ ਸੀ ਇਹ ਕਨਸਟੀਟੈਂਸੀ ਹੈ ਐਕਸਪੈਂਡੀਚਰ ਸੈਂਸਿਟਿਵ ਕਨਸਟੀਟੈਂਸੀ ਹੈ। ਇਹ ਪਹਿਲੇ ਅਸੀਂ ਡਿਕਲੇਅਰ ਕੀਤਾ ਹੈ क्योंकि ਇਹਦੇ ਵਿੱਚ चूँकि अफसर भी ज़्यादा है वो लगातार निगरानी रखे हुए हैं वो उन्होंने पाया है ये अमाउंट ये है। हुण फिर स्टेज 2 हो ख़त्म हो गया है, स्टेज 3 होना है इलेक्शन कमीशन ऑफ इंडिया के पास। ये सारी रिपोर्ट असी इलेक्शन कमीशन ऑफ इंडिया ਨੂੰ पेश करना है। डिस्ट्रिक्ट इलेक्शन ऑफिसर ਵੱਲੋਂ पेश कर दिता गया है, ऑनलाइन भी चले गए हैं। ਹੁਣ ਜਿਹੜੇ ਵੀ ਕਾਰਵਾਈ ਹੋਣਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੱਕ ਸੰਵਿਧਾਨਿਕ ਸੰਸਥਾ ਉੱਤੇ ਹੋਣਾ ਹੈ। ਡਾਕਟਰ ਸਾਹਿਬ, ਇੱਕ ਸਿਰਫ ਐਕਸਪੈਂਡੀਚਰ ਦਾ ਇਸ਼ੂ ਹੈ ਜਿਸ ਦੇ ਉੱਤੇ ਕਿਸੇ ਵੀ ਕੈਂਡੀਡੇਟ ਜਾਂ ਕਿਸੇ ਵੀ ਜੇਤੂ ਕੈਂਡੀਡੇਟ ਦੀ ਡਿਸਕੁਆਲੀਫਿਕੇਸ਼ਨ ਹੋ ਸਕਦੀ ਹੈ। ਸੋ ਕਿ ਸਨੀ ਦਿਓਲ ਦੇ ਕੇਸ ਨੂੰ ਵੀ ਇਸੇ ਤਰ੍ਹਾਂ ਡੀਲ ਕੀਤਾ ਜਾਏਗਾ ਕਿਉਂਕਿ ਇੱਕ ਐਕਸਪੈਂਡੀਚਰ ਲਿਮਿਟ ਜੇ ਕ੍ਰਾਸ ਕਰਦਾ ਕੋਈ ਵੀ ਕੈਂਡੀਡੇਟ ਦੈਟ ਲੀਡਸ ਟੂ ਡਿਸਕੁਆਲੀਫਿਕੇਸ਼ਨ। ਇੱਕੋ ਹੀ ਇੱਕ ਸੈਕਸ਼ਨ ਹੈ ਜਿਸ ਦੇ ਵਿੱਚ ਡਿਸਕੁਆਲੀਫਾਈ ਹੋ ਸਕਦਾ ਕੈਂਡੀਡੇਟ। देखो एक्सपेंडिचर बहुत इंपॉर्टेंट मसला होंदा है। एक्सपेंडिचर ਜਿਹੜੇ ਵੀ ਹੁੰਦਾ ਹੈ ਇੱਕ लेवल प्लेइंग फील्ड ਦਾ ਮਸਲਾ ਹੈ ਕਿਉਂਕਿ ਕਾਨੂੰਨ ਦੇ ਵਿੱਚ ਇਹ ਦੱਸਿਆ हुआ है लिमिट एक ਦਿੱਤਾ ਗਿਆ है और लिमिट ਨੂੰ ਕੋਈ भी पार करता है फलाना इसनो एक क्राइटेरिया तहत देखा जाएगा। फिर इसका नेचुरल उसी तरफ बढ़ता है क्योंकि जो इलेक्शन कमीशन ऑफ इंडिया देखना है क्योंकि अभी 2 स्टेज से ख़त्म हुआ है। आने वाले समय कैंडिडेट भी अपना दलील रखना है और इलेक्शन कमीशन ऑफ इंडिया सुनना है क्योंकि उस लेवल के बात आप उस पर अपन लोग टिप्पणी नहीं कर सकते क्योंकि वो वक्री गल है। क्योंकि साढ़े काम है एग्जामिनेशन करके चारों तरफ चारों पासे रिकॉर्ड इकट्ठे करके एग्जामिन करके फिर इलेक्शन कमीशन ऑफ इंडिया ने भेजना है। वो अभी
कंप्लीट हो गया, मुकम्मल हो गया। ਮਤਲਬ ਤੁਹਾਡੇ ਵੱਲੋਂ ਇਸ ਐਕਸਪੈਂਡੀਚਰ ਦੀ ਸਾਰੀ ਐਗਜ਼ਾਮੀਨੇਸ਼ਨ ਪੂਰੀ ਹੋ ਚੁੱਕੀ ਹੈ, ਕੋਈ ਵੀ ਆਸਪੈਕਟ ਜਾਂ ਕੋਈ ਵੀ ਸਾਈਡ ਇਸ ਦੀ ਇਨਕੰਪਲੀਟ ਨਹੀਂ ਰਹਿ ਰਹੀ, ਕਿਉਂਕਿ ਸਿਰਫ ਇਸ ਤੋਂ ਬਾਅਦ ਤੁਸੀਂ ਇੱਕ ਆਪਣੀ ਰਿਪੋਰਟ ਲਗਾ ਕੇ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜਣੀ ਹੈ। ਇਹ ਸਾਰੇ ਆਸਪੈਕਟਸ ਪੂਰੇ ਹੋ ਗਏ ਤੁਹਾਡੇ ਵੱਲੋਂ ਇਸ ਰਿਪੋर्ट ਤੇ ਸਾਰੇ? मेरे वाले भी हो गया है, जिन्ना भी 13 रिटर्निंग अफसर वाले रिपोर्ट आ गया है, मेरे वाले भी वेख लिया गया है, रिपोर्ट बन गया है और ये ਤੁਹਾਡੇ ਸਾਹਮਣੇ ਹੀ है। ਹੁਣ ਅਗਲੀ ਕਾਰਵਾਈ ਕੀ ਹੋਏਗੀ ਕਿ ਇਸ ਨੂੰ ਤੁਸੀਂ ਸਿਰਫ ਰਿਪੋਰਟ ਹੀ ਉੱਪਰ ਭੇਜੋਗੇ ਜਾਂ ਆਪਣੀ ਰਿਕਮੈਂਡੇਸ਼ਨ ਵੀ ਭੇਜੋਗੇ ਇਸ ਦੇ ਨਾਲ? ਰਿਪੋਰਟ ਦੇ ਵਿੱਚ ਸਾਰੀਆਂ ਪਾਸੇ ਹੁੰਦਾ ਹੈ। ਰਿਪੋਰਟ ਮਤਲਬ ਇਹ ਕੀ ਹੁੰਦਾ ਹੈ, ਕੋਈ ਪੋਸਟ ਆਫਿਸ ਨਹੀਂ ਹੈ। ਰਿਪੋਰਟ ਦੇ ਵਿੱਚ ਅਸੀਂ ਕੀ ਸਮਝ ਰਹੇ ਹਾਂ, ਸਾਡਾ ਨਜ਼ਰ ਦੇ ਵਿੱਚ ਕੀ ਲੱਗ ਰਿਹਾ ਹੈ, ਉਹ ਅਸੀਂ ਲਿਖਦੇ ਹਾਂ। ਸਰ ਯੈਸ ਸਰ ਨੋ ਨਹੀਂ ਰਹਿੰਦਾ ਹੈ, ਕਿਉਂਕਿ ਉਹਦੇ ਵਿੱਚ ਪੂਰਾ ਫਿਰ ਵੇਖ ਕੇ ਅਸੀਂ ਰਿਪੋਰਟ ਕਰਦੇ ਹਾਂ। ਹਾਂ, ਇਹ ਰਿਪੋਰਟ ਕਨਫੀਡੈਂਸ਼ੀਅਲ ਹੁੰਦਾ ਹੈ, ਕਿਸੇ ਨੂੰ ਪਤਾ ਨਹੀਂ ਚੱਲਦਾ। ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਇੱਕ ਆਈਜੀ ਕੁੰਵਰ ਵਿਜੇ ਪ੍ਰਤਾਪ ਤੇ ਵੀ ਤੁਸੀਂ ਰਿਪੋਰਟ ਤੇ ਰਿਕਮੈਂਡੇਸ਼ਨ ਬਣਾਈ ਸੀ, ਉਹ ਰਿਕਮੈਂਡੇਸ਼ਨ ਨੂੰ ਮੰਨਦੇ ਹੋਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਸ ਦੀ ਟ੍ਰਾਂਸਫਰ ਕਰਤੀ ਸੀ। ਤੁਹਾਡੀ ਰਿਪੋਰਟ ਤੇ ਬਿਲਕੁਲ ਵੀ ਉਹ ਲੈਫਟ ਰਾਈਟ ਇਲੈਕਸ਼ਨ ਕਮਿਸ਼ਨ ਨਹੀਂ ਹੋਇਆ ਸੀ। ਸੋ ਇਸ ਤਰ੍ਹਾਂ ਦੀ ਐਕਸਪੈਕਟੇਸ਼ਨ ਜਾਂ ਆਪਾਂ ਉਮੀਦ ਜਤਾਈ ਜਾ ਸਕਦੀ ਹੈ ਕਿ ਜੋ ਤੁਹਾਡੇ ਵੱਲੋਂ ਰਿਕਮੈਂਡੇਸ਼ਨ ਜਾਏਗੀ ਉਹ ਐਜ਼ ਇਟ ਇਜ਼ ਇੰਪਲੀਮੈਂਟ ਹੋ ਜਾਏਗੀ? ਦੇਖੋ, ਇਲੈਕਸ਼ਨ ਦੇ ਵਿੱਚ ਉਮੀਦ ਦਾ ਕੋਈ ਰੋਲ ਨਹੀਂ ਹੈ। ਇਲੈਕਸ਼ਨ ਹੈ ਫੈਕਟਸ ਦੀ ਹੈ, ਫੈਕਟਸ ਦੇ ਮੁਤਾਬਿਕ ਕਾਰਵਾਈ ਕਰਨਾ ਹੈ। रूल एकदम तय है, रूल के मुताबिक कार्रवाई करना है। साडा दफ्तर इलैक्शन कमिशन ऑफ इंडिया की जो नियम कानून बनया ਉਹਦੇ मुताबिक कार्रवाई करना है। कोई ਇਹਦੇ ਵਿੱਚ पर्सनल कोई बात नहीं ਹੁੰਦਾ और ना सेंटीमेंट की बात ਹੁੰਦਾ है और ना उम्मीद को बात ਹੁੰਦਾ है। इट इज़ सिर्फ we'll go by the facts and figures, we give our report based on facts and figures। ਸੋ ਫਾਈਨਲੀ ਅਸੀਂ ਇਹ ਕਹਿ ਸਕਦੇ ਹਾਂ ਕਿ ਸਨੀ ਦਿਓਲ ਦੀਆਂ ਮੁਸ਼ਕਿਲਾਂ ਹੁਣ ਨੇ ਉਹ ਹੋਰ ਵੱਧ ਚੁੱਕੀਆਂ ਨੇ ਇਲੈਕਸ਼ਨ ਜਿੱਤਣ ਤੋਂ ਬਾਅਦ ਵੀ, ਕਿਉਂਕਿ ਹੁਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਸਾਹਮਣੇ ਉਹਨਾਂ ਨੂੰ ਇਹ ਜਸਟੀਫਿਕੇਸ਼ਨ ਦੇਣੀ ਪਏਗੀ ਖਰਚੇ ਦੀ। देखो, सो एक कानूनी प्रक्रिया है, उसमें ਅਸੀਂ ना मुश्किल करते हैं ना सरल कहते हैं। एक प्रक्रिया है, इस प्रक्रिया ਨੂੰ हर एक ਸਵਨ कैंडिडेट पालना करना है। ਬਹੁਤ ਬਹੁਤ ਸ਼ੁਕਰੀਆ ਰਾਜੂ ਸਰ। ਸੋ ਸਨੀ ਦਿਓਲ ਨੂੰ ਹੁਣ ਜਸਟੀਫਿਕੇਸ਼ਨ ਦੇਣੀ ਪਏਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਸਾਹਮਣੇ ਕਿ ਆਖਿਰਕਾਰ 70 ਲੱਖ ਦੀ ਲਿਮਿਟ ਤੋਂ ਵੱਧ ਕੇ ਖਰਚਾ 78 ਲੱਖ ਤੱਕ ਕਿਵੇਂ ਪਹੁੰਚ ਗਿਆ, ਕਿਉਂਕਿ ਗੁਰਦਾਸਪੁਰ ਦੇ ਵਿੱਚ ਜੋ ਐਕਸਪੈਂਡੀਚਰ ਆਬਜ਼ਰਵਰ ਲਗਾਏ ਗਏ ਸੀ ਉਹਨਾਂ ਨੇ ਇੱਕ ਸ਼ੈਡੋ ਰਜਿਸਟਰ ਮੇਨਟੇਨ ਕੀਤਾ ਸੀ, ਕਿਉਂਕਿ ਗੁਰਦਾਸਪੁਰ ਇੱਕ ਐਕਸਪੈਂਡੀਚਰ ਸੈਂਸਿਟਿਵ ਕਨਸਟੀਟੂਐਂਸੀ ਸੀ, ਜਿਸ ਕਰਕੇ ਹਰ ਪਲ ਦੇ ਖਰਚੇ ਦਾ ਹਿਸਾਬ ਰੱਖਿਆ ਜਾਂਦਾ ਸੀਗਾ। ਲੇਕਿਨ ਇਸ ਦੇ ਨਾਲ ਹੀ ਸੁਨੀਲ ਜਾਖੜ ਤੇ ਵੀ ਐਕਸਪੈਂਡੀਚਰ ਦੀ ਸੂਈ ਸੀ, ਲੇਕਿਨ ਸੁਨੀਲ ਜਾਖੜ ਨੇ ਸਿਰਫ 61 ਲੱਖ ਰੁਪਇਆ ਹੀ ਲੋਕ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਖਰਚਿਆ, ਲੇਕਿਨ ਸਨੀ ਦਿਓਲ 78 ਲੱਖ 78.5 ਲੱਖ ਤੇ ਪਹੁੰਚ ਗਏ, ਜਿਸ ਕਰਕੇ ਇਹ ਰਿਪੋਰਟ ਤਿਆਰ ਹੋਈ ਹੈ। ਹੁਣ ਅਗਲੀ ਕਾਰਵਾਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਡਿਪੈਂਡ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਹੀ ਰੂਲ ਹੈ ਰਿਪਰੈਜ਼ੈਂਟੇਟਿਵ ਆਫ ਪੀਪਲ ਐਕਟ ਦੇ ਵਿੱਚ, ਜਿਸ ਦੇ ਵਿੱਚ ਕੋਈ ਵੀ ਕੈਂਡੀਡੇਟ ਡਿਸਕੁਆਲੀਫਾਈ ਹੋ ਸਕਦਾ ਹੈ, ਉਹ ਹੈ ਐਕਸਪੈਂਡੀਚਰ ਐਕਟ। ਸਿਰਫ ਐਕਸਪੈਂਡੀਚਰ ਦਾ ਇਸ਼ੂ ਹੈ, ਜੇ ਐਕਸਪੈਂਡੀਚਰ ਦੀ ਲਿਮਿਟ ਨੂੰ ਕ੍ਰਾਸ ਕੀਤਾ ਜਾਂਦਾ ਹੈ ਤਾਂ ਡਿਸਕੁਆਲੀਫਿਕੇਸ਼ਨ ਹੋ ਸਕਦੀ ਹੈ। ਸੋ ਇੱਕ ਨਵਾਂ ਵਿਵਾਦ ਖੜਾ ਹੋ ਚੁੱਕਿਆ ਹੈ ਸਨੀ ਦਿਓਲ ਲਈ। ਦੇਖਦੇ ਹਾਂ ਕਿ ਇਹ ਵਿਵਾਦ ਦੇ ਵਿੱਚ ਸਨੀ ਦਿਓਲ ਕਿੰਨਾ ਕੁ ਫਸਦੇ ਹੈ ਜਾਂ ਨਿਕਲਦੇ ਹੈ, ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਹੁਣ ਆਪਣੀ ਕਾਰਵਾਈ ਕਰਨੀ ਹੈ। ਪੰਜਾਬ ਤੋਂ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਹੈ। ਕੈਮਰਾ ਪਰਸਨ ਗੁੰਜੀਤ ਕੁਮਾਰ ਦੇ ਨਾਲ ਅਮਨਦੀਪ ਦੀਕਸ਼ਿਤ, ABP ਸਾਂਝਾ, ਚੰਡੀਗੜ੍ਹ। ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ABP ਸਾਂਝਾ ਤੇ ਜਾ ਕੇ ਬੈਲ ਆਈਕਨ ਦਬਾਓ ਤੇ ABP ਸਾਂਝਾ ਨੂੰ ਸਬਸਕ੍ਰਾਈਬ ਕਰੋ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਤੁਹਾਡੇ ਆਪਣੇ ਭਰੋਸੇਯੋਗ ਚੈਨਲ ABP ਸਾਂਝਾ ਤੇ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼, ਜਜ਼ਬਾ, ਜਨੂਨ।